ਤੇ ਕੁਝ ਕੁ ਦਿਨ ਲੰਘੇ ਤੇ ਸ਼ੁਭਦੀਪ ਸਿੰਘ, ਜਿਹਨੂੰ ਸਿੱਧੂ ਮੂਸੇਵਾਲਾ ਕਹਿ ਦਿੰਦੇ, ਉਹਦਾ ਚਲਾਣਾ ਹੋਇਆ। ਤੇ ਸੂਹਾਂ ਇਹ ਮਿਲਦੀਆਂ, ਅੰਦਾਜ਼ੇ ਕਿਆਸ ਇਹ ਲਾਏ ਜਾ ਰਹੇ ਆ ਵੀ ਦੋਨਾਂ ਨੂੰ ਏਜੰਸੀਆਂ ਨੇ ਮਰਵਾਇਆ ਹੈ। ਤੇ ਉੱਥੇ ਦੋ ਤਬਕੇ ਫਿਰ ਖੜੇ ਹੋਏ। ਇੱਕ ਉਹ ਤਬਕਾ, ਕੁਝ ਵਿਦਵਾਨਾਂ ਨੇ ਉੱਥੇ ਭੋਗ 'ਤੇ ਜਾ ਕੇ ਕਥਾਵਾਂ ਵੀ ਕੀਤੀਆਂ ਤੇ ਇੰਨਾ ਵੱਡਾ ਕਰਕੇ ਸਲਾਹਿਆ ਗਿਆ ਕਿ ਕਈ ਵਾਰੀ ਨਾ ਅਸੀਂ ਉਸਤਤ ਹੀ ਕਰ ਜਾਂਦੇ ਹਾਂ। ਉਸਤਤ ਨਿੰਦਾ ਦੂਬ ਵਰਜਤ ਹੋਣਾ ਚਾਹੀਦਾ ਸੀ। ਜਿੱਥੇ ਨਿੰਦਿਆ ਗੁਨਾਹ ਉੱਥੇ ਉਸਤਤ ਵੀ ਗੁਨਾਹ ਹੈ। ਇੰਨਾ ਵੱਡਾ ਕਰਕੇ ਸਲਾਹ ਦਿੱਤਾ ਗਿਆ ਕਿ ਉੱਥੋਂ ਉਸ ਦੇ ਨਿਚੋੜ ਵਜੋਂ ਇੱਕ ਦੂਜਾ ਤਬਕਾ ਵੀ ਖੜਾ ਹੋ ਗਿਆ, ਜਿਨ੍ਹਾਂ ਨੇ ਅਸਲ ਸੰਤ ਮਹਾਂਪੁਰਖਾਂ ਦੀ ਸੰਗਤ ਮਾਨੀ ਸੀ। ਉਹ ਕਹਿੰਦੇ ਲੈ ਵੀ ਤੁਸੀਂ ਇਹਨਾਂ ਨੂੰ ਸੰਤਾਂ ਨਾਲ ਕੰਪੇਅਰ ਕਰੋਗੇ, ਸਾਹਿਬਜ਼ਾਦਿਆਂ ਨਾਲ ਕੰਪੇਅਰ ਕਰੋਗੇ। ਫਿਰ ਉੱਥੇ ਦੂਜਾ ਤਬਕਾ ਖੜਾ ਹੋ ਗਿਆ ਜਿਨ੍ਹਾਂ ਨੇ ਉੱਕਾ ਹੀ ਨਕਾਰ ਦਿੱਤਾ ਵੀ ਨਹੀਂ ਭਾਈ ਅਸੀਂ ਨਕਾਰਦੇ ਹਾਂ, ਪ੍ਰਵਾਨ ਹੀ ਨਹੀਂ ਕਰਦੇ। ਤੇ ਫਿਰ ਮੈਨੂੰ ਸਵਾਲ ਕੀਤਾ ਗਿਆ ਕਿਸੇ ਵੀਰ ਵੱਲੋਂ, ਮੈਨੂੰ WhatsApp 'ਤੇ ਮੈਸੇਜ ਆਇਆ, ਕਹਿੰਦੇ ਵੀਰ ਜੀ ਇਸ ਗੱਲ ਦਾ ਜਵਾਬ ਦਿਓ, ਉਹਨਾਂ ਦੋਨਾਂ 'ਚੋਂ ਕਿਹੜੇ ਸਹੀ ਨੇ? ਉਹ ਵਿਦਵਾਨ ਜਿਨ੍ਹਾਂ ਨੇ ਬੜਾ ਵੱਡਾ ਕਰਕੇ ਸਲਾਹਿਆ ਹੈ ਕਿ ਉਹ ਵਿਦਵਾਨ ਜਿਨ੍ਹਾਂ ਨੇ ਉੱਕਾ ਹੀ ਨਕਾਰ ਦਿੱਤਾ ਹੈ, ਕੌਣ ਸਹੀ ਨੇ? ਔਰ ਮੈਂ ਜਾਣਦਾ ਇਹ ਖਾਸ ਤੌਰ 'ਤੇ ਨੌਜਵਾਨੀ ਵੀ ਕਈ ਵਾਰੀ ਨਾ ਜੀ ਅਸੀਂ ਚੰਦ ਚੰਗੀਆਂ ਗੱਲਾਂ ਸੁਣ ਕੇ ਨਾ ਫਿਰ ਸਭ ਕੁਝ ਹੀ ਪ੍ਰਵਾਨ ਕਰ ਲੈਂਦੇ ਹਾਂ ਅਤੇ ਅਸੀਂ ਗੁਰਬਾਣੀ ਦਾ ਰਸ ਵੀ ਗਵਾ ਲੈਂਦੇ ਹਾਂ। ਇਹ ਬੜੇ ਧਿਆਨ ਨਾਲ, ਇਹ ਬੜਾ ਬਰੀਕ ਵਿਸ਼ੇ ਹੁੰਦੇ ਸਾਧ ਸੰਗਤ, ਅਤੇ ਵਿਵੇਕਸ਼ੀਲ ਦੇ ਨਾਲ ਇਹਨਾਂ ਨੂੰ ਵਿਚਾਰ ਕਰਨ ਦੀ ਲੋੜ ਹੁੰਦੀ ਆ। ਬਿਨਾਂ ਖੋਜ ਤੋਂ ਅਤੇ ਬਿਨਾਂ ਵਿਵੇਕਤਾ ਤੋਂ ਬਿਨਾਂ ਇਹਨਾਂ ਦੀ ਵਿਚਾਰ ਕਰਨੀ ਵੀ ਕਈ ਵਾਰੀ ਆਊਟਪੁੱਟ ਬੜੀ ਗਲਤ ਨਿਕਲ ਜਾਂਦੀ ਆ। ਅਤੇ ਉੱਥੇ ਜੋ ਉਸ ਵੀਰ ਨੂੰ ਮੈਂ ਜਵਾਬ ਦਿੱਤਾ, ਦੇਖੋ ਜਿਹੜਾ ਤਾਂ ਤਬਕਾ ਉੱਕਾ ਹੀ ਨਕਾਰਦਾ ਹੈ ਨਾ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਹਰ ਕੋਈ ਸੂਰਜ ਨਹੀਂ ਹੋ ਸਕਦਾ ਅਤੇ ਸੂਰਜ ਦਾ ਕੰਮ ਹਰ ਕੋਈ ਕਰ ਵੀ ਨਹੀਂ ਸਕਦਾ। ਸੰਤ ਜਰਨੈਲ ਸਿੰਘ ਵਰਗੇ ਸੂਰਜਾਂ ਦਾ ਕੰਮ ਠੀਕ ਆ ਹੋਰ ਕੋਈ ਨਹੀਂ ਕਰ ਸਕਦੇ, ਪਰ ਸਾਨੂੰ ਇਹ ਵੀ ਧਿਆਨ 'ਚ ਰੱਖਣਾ ਪਵੇਗਾ ਕਿ ਜਦੋਂ ਸੂਰਜ ਡੁੱਬਿਆ ਹੁੰਦਾ ਹੈ ਨਾ, ਉਦੋਂ ਹਨੇਰੇ ਦੇ ਵਿੱਚ ਫਿਰ ਕੋਈ ਨਾ ਕੋਈ ਫਲੈਸ਼ ਲਾਈਟ ਅਤੇ ਟੋਰਚਾਂ ਦਾ ਸਹਾਰਾ ਲੈਣਾ ਹੀ ਪੈਂਦਾ ਹੁੰਦਾ। ਉੱਥੇ ਹੁਣ ਜਦੋਂ ਸੂਰਜ ਡੁੱਬ ਚੁੱਕਾ ਹੈ, ਸੂਰਜ ਹੈ ਨਹੀਂ, ਹਨੇਰਾ ਹੈ, ਅਤੇ ਉਦੋਂ ਫਿਰ ਅਸੀਂ ਹਨੇਰਾ ਹੋਵੇ ਅਤੇ ਉਦੋਂ ਫਿਰ ਅਸੀਂ ਫਲੈਸ਼ ਲਾਈਟਾਂ ਚਲਾਉਂਦੇ ਹਾਂ, ਟੋਰਚਾਂ ਚਲਾਉਂਦੇ ਹਾਂ, ਅਤੇ ਅਸੀਂ ਬੋਲ ਕੇ ਕੀ ਕਵਾਂਗੇ ਹੁਣ ਸੂਰਜ ਤੋਂ ਬਿਨਾਂ ਸਾਰ ਨਹੀਂ ਸਕਦੇ। ਪਰ ਕੀ ਕਹਿੰਦੇ, ਨਾ ਸਰਦੇ ਨੂੰ ਸਾਰਨਾ ਪੈ ਰਿਹਾ ਭਾਈ, ਨਾ ਸਰਦੇ ਨੂੰ ਸਾਰਨਾ ਪੈ ਰਿਹਾ। ਹੁਣ ਟੋਰਚ ਦੀ ਵੀ ਆਪਣਾ ਇੱਕ ਗੁਣ ਆ, ਟੋਰਚ ਫਲੈਸ਼ ਲਾਈਟ ਦਾ ਵੀ ਇੱਕ ਆਪਣਾ ਪ੍ਰਕਾਸ਼ ਹੈ, ਪਰ ਉਹਦਾ ਗੁਣ ਸਿਰਫ ਥੋੜ੍ਹੀ ਜਗ੍ਹਾ ਤੱਕ ਚਾਨਣ ਕਰਨ ਦਾ ਹੈ, ਬਸ। ਇਸ ਤੋਂ ਵੱਧ ਕੁਝ ਹੋਰ ਉਹਦੇ ਤੋਂ ਐਕਸਪੈਕਟ ਨਾ ਕਰਿਓ, ਕਿਉਂਕਿ ਜੋ ਕੁਝ ਐਕਸਪੈਕਟ ਸੂਰਜ ਤੋਂ ਕੀਤਾ ਜਾ ਸਕਦਾ ਹੈ ਨਾ, ਉਹ ਫਲੈਸ਼ ਲਾਈਟਾਂ ਤੋਂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸੂਰਜ ਕੇਵਲ ਅਤੇ ਕੇਵਲ ਚਾਨਣ ਹੀ ਨਹੀਂ ਕਰਦਾ, ਸੂਰਜ ਹੋਰ ਵੀ ਬੜਾ ਕੁਝ ਕਰਦਾ ਹੈ। ਸੂਰਜ ਸਾਨੂੰ ਵਿਟਾਮਿਨ ਡੀ ਦਿੰਦਾ ਹੈ, ਫੋਟੋਸਿੰਥਸਿਸ ਦੇ ਵਿੱਚ ਪੌਦਿਆਂ ਨੂੰ ਜਿਹੜੀ ਭੋਜਨ ਮਿਲਦਾ ਉਹਦੇ ਵਿੱਚ ਸੂਰਜ ਦਾ ਬੜਾ ਵੱਡਾ ਰੋਲ ਹੈ। ਸੂਰਜ ਸਾਨੂੰ ਊਰਜਾ ਦਿੰਦਾ ਹੈ, ਸੂਰਜ ਸਾਨੂੰ ਐਨਰਜੀ ਦਿੰਦਾ ਹੈ। ਸੂਰਜ ਖਤਮ ਹੋ ਗਿਆ, ਕਈ ਸਾਲ ਸੂਰਜ ਚੜ੍ਹੇ ਹੀ ਨਾ, ਅਤੇ ਫਲੈਸ਼ ਲਾਈਟਾਂ ਦਾ ਵੀ ਕੀ ਕਰਨਾ ਅਸੀਂ ਫਿਰ? ਫਲੈਸ਼ ਲਾਈਟਾਂ ਦਾ ਵੀ ਕੋਈ ਅਰਥ ਨਹੀਂ ਰਹਿ ਜਾਣਾ ਸਾਧ ਸੰਗਤ। ਤੋ ਸੂਰਜ ਦਾ ਕੰਮ ਫਲੈਸ਼ ਲਾਈਟਾਂ ਨਹੀਂ ਕਰ ਸਕਦੀਆਂ, ਅਤੇ ਜੋ ਕੁਝ ਅਸੀਂ ਸੂਰਜ ਤੋਂ ਐਕਸਪੈਕਟ ਕਰਦੇ ਹਾਂ ਉਹ ਫਲੈਸ਼ ਲਾਈਟਾਂ ਤੋਂ ਕਰਨਾ ਵੀ ਮੂਰਖਤਾ ਹੈ, ਉਹ ਮੂਰਖਤਾ ਹੈ। ਇਸ ਕਰਕੇ ਕਿਉਂਕਿ ਸੂਰਜ ਇਕੱਲਾ ਪ੍ਰਕਾਸ਼ ਨਹੀਂ ਕਰਦਾ, ਅਤੇ ਹੁਣ ਫਲੈਸ਼ ਲਾਈਟਾਂ ਤੋਂ ਅਸੀਂ ਇਹ ਉਮੀਦ ਕਰੀਏ ਕਿ ਸਾਨੂੰ ਵਿਟਾਮਿਨ ਡੀ ਵੀ ਦੇਵੇ, ਆਪਣੇ ਪੌਦਿਆਂ ਵਾਸਤੇ ਭੋਜਨ ਦਾ ਕੰਮ ਵੀ ਕਰੇ, ਜਾਂ ਹੋਰ ਸਾਨੂੰ ਐਨਰਜੀ ਵੀ ਦੇਵੇ, ਹੋਰ ਕੰਮ ਵੀ ਕਰੇ, ਉਹ ਕੁਝ ਫਲੈਸ਼ ਲਾਈਟਾਂ ਤੋਂ ਨਹੀਂ ਕੀਤਾ ਜਾ ਸਕਦਾ। ਅਤੇ ਜਿਹੜੇ ਲੋਕ, ਇਹ ਮੈਨੂੰ ਕਹਿ ਲੈਣ ਦਿਓ, ਜਿਹੜੇ ਲੋਕ ਫਲੈਸ਼ ਲਾਈਟਾਂ ਤੋਂ ਸੂਰਜਾਂ ਦੀਆਂ ਪ੍ਰੇਰਨਾਵਾਂ ਲੈਣ ਲੱਗ ਪੈਣ, ਉਹ ਵੀ ਅਧੂਰੇ ਨੇ, ਫਿਰ ਉਹ ਵੀ ਬੇਵਕੂਫੀ ਕਰ ਰਹੇ ਨੇ। ਤੋ ਕਹਿਣ ਤੋਂ ਭਾਵ ਕੀ ਹੈ ਕਿ ਜਦੋਂ ਆਪਾਂ ਖਾਲਸੇ ਰਾਜ ਦੀ ਗੱਲ ਕਰਦੇ ਹਾਂ, ਬੰਦਾ ਸਿੰਘ ਬਹਾਦਰ ਵਰਗੇ, ਉਹ ਹੁਣ ਸੂਰਜ ਸਦੀਵ ਹੀ ਨਹੀਂ ਡੁੱਬੇ ਹੁੰਦੇ, ਬਸ ਇੰਝ ਕਹਿ ਲਵੋ ਵੀ ਉਹ ਕੁਝ ਸਮੇਂ ਵਾਸਤੇ ਰਾਤ ਹੋਈ ਹੁੰਦੀ ਆ, ਪਰ ਦਿਨ ਚੜ੍ਹੂਗਾ। ਪਰ ਜਿੰਨੀ ਦੇਰ ਤੱਕ ਦਿਨ ਨਹੀਂ ਚੜ੍ਹਿਆ, ਫਿਰ ਉਨੀ ਦੇਰ ਤੱਕ ਫਲੈਸ਼ ਲਾਈਟਾਂ ਨਾਲ ਸਾਰਨਾ ਪੈਂਦਾ। ਔਰ ਇਹ ਫਲੈਸ਼ ਲਾਈਟਾਂ ਕੀ ਨੇ? ਇਹ ਉਹ ਲੋਕ ਨੇ ਜਿਨ੍ਹਾਂ ਦੇ ਕੋਲ ਪਦਾਰਥਾਂ ਦਾ ਕੋਈ ਨਾ ਕੋਈ ਪ੍ਰਤਾਪ ਹੈਗਾ। ਔਰ ਜਦੋਂ ਸੈਲੀਬ੍ਰਿਟੀ ਲੋਕ, ਮੈਂ ਕਹਿੰਦਾ ਵੀ ਇਹ ਵੀ ਬੜੀ ਚੰਗੀ ਗੱਲ, ਉੱਕਾ ਨਕਾਰਨਾ ਇਸ ਕਰਕੇ ਨਹੀਂ ਚਾਹੀਦਾ ਕਿਉਂਕਿ ਜੇ ਸਿੱਖ ਕੌਮ ਮਲੇਰਕੋਟਲਾ ਦੇ ਨਵਾਬ ਦੇ, ਉਸ ਨਵਾਬ ਦੇ ਹਾਂ ਦੇ ਨਾਅਰੇ ਦਾ ਸਤਿਕਾਰ ਕਰ ਸਕਦੀ ਆ, ਜਿਹਨੇ ਸਿਰਫ ਹਾਂ ਦਾ ਨਾਅਰਾ ਮਾਰਿਆ ਸੀ ਸਾਹਿਬਜ਼ਾਦਿਆਂ ਵਾਸਤੇ, ਜੇ ਉਹਨਾਂ ਦੇ ਹਾਂ ਦੇ ਨਾਅਰਿਆਂ ਨੂੰ ਸਤਿਕਾਰ ਦਿੱਤਾ ਜਾ ਸਕਦਾ ਹੈ, ਤੇ ਫਿਰ ਇਸ ਦੁਨੀਆ ਦੇ ਵਿੱਚ ਕੋਈ ਵੀ ਸਿੱਖ ਕੌਮ ਦੇ ਲਈ ਹਾਂ ਦਾ ਨਾਅਰਾ ਮਾਰੇਗਾ ਨਾ, ਸਿਰਫ ਉਸ ਗੱਲ ਵਾਸਤੇ ਸਤਿਕਾਰ ਦਿੱਤਾ ਜਾ ਸਕਦਾ ਹੈ, ਪਰ ਇਹ ਨਹੀਂ ਕਿ ਉਹਦਾ ਸਾਰਾ ਜੀਵਨ ਹੀ ਸਾਡੇ ਲਈ ਪ੍ਰੇਰਨਾ ਬਣ ਜਾਏ।
ਤੇ ਜਿਹੜੇ ਉਹ ਸਾਰੇ ਜੀਵਨ ਤੋਂ ਹੀ ਪ੍ਰੇਰਨਾ ਲੈਣ ਲੱਗ ਪੈਣ, ਉਹ ਇਹ ਗੱਲ ਹੋਈ ਵੀ ਉਹ ਫਲੈਸ਼ ਲਾਈਟਾਂ ਤੋਂ ਹੁਣ ਵਿਟਾਮਿਨ ਡੀ ਵੀ ਐਕਸਪੈਕਟ ਕਰਦੇ ਪਏ ਨੇ, ਤੇ ਇਹ ਸੋਚਦੇ ਪਏ ਨੇ ਵੀ ਹੁਣ ਪੌਦਿਆਂ ਨੂੰ ਵੀ ਭੋਜਨ ਉੱਥੋਂ ਹੀ ਮਿਲੂਗਾ। ਨਹੀਂ, ਉਹਨਾਂ ਤੋਂ ਜਿੰਨਾ ਕੁ ਉਮੀਦ ਕਰਨੀ ਚਾਹੀਦੀ ਸੀ ਬਸ ਓਨੀ ਕਰੋ। ਪਦਾਰਥ ਦਾ ਬਸ ਇੰਨਾ ਕੁ ਪ੍ਰਭਾਵ ਹੈ ਵੀ ਸੈਲੀਬ੍ਰਿਟੀ ਲੋਕ ਹੁੰਦੇ ਨੇ ਨਾ, ਤੁਸੀਂ ਦੇਖੋ, ਇਹ ਨਹੀਂ ਵੀ ਉਵੇਂ ਦੀਆਂ ਗੱਲਾਂ ਕੋਈ ਹੋਰ ਨਹੀਂ ਸੀ ਕਰਦਾ ਜਾਂ ਕਰ ਨਹੀਂ ਸੀ ਸਕਦਾ, ਹੋਰ ਵੀ ਬੜੇ ਕਰਦੇ ਨੇ। ਖਾਲਸੇ ਰਾਜ ਦੀਆਂ ਗੱਲਾਂ ਹੋਰ ਵੀ ਬੜੇ ਕਰਦੇ ਨੇ। ਅਕਾਲ ਚੈਨਲ ਵਾਲੇ ਮੇਰੀ ਇੰਟਰਵਿਊ ਲੈਣ ਆਉਂਦੇ ਹੁੰਦੇ ਨੇ, ਕਿਉਂ ਐਵੇਂ ਦੇ ਲੋਕਾਂ ਨੂੰ ਹੀ ਏਜੰਸੀਆਂ ਵੱਲੋਂ ਮਰਵਾਇਆ ਜਾਂਦਾ ਹੈ, ਇਹ ਸਮਝਣਾ ਬੜਾ ਜ਼ਰੂਰੀ ਹੈ। ਖਾਲਸਾ ਜਿਹੜੇ ਅਕਾਲ ਚੈਨਲ ਵਾਲੇ ਇੰਟਰਵਿਊ ਲੈਣ ਆਉਂਦੇ ਹੁੰਦੇ ਨੇ, ਉੱਥੇ ਅਸੀਂ ਸਾਡੇ ਵਰਗੇ ਵੀ ਗੱਲ ਰੱਖਦੇ ਨੇ ਖਾਲਸੇ ਰਾਜ ਦੀ, ਆਪਦੇ ਰਾਜ ਦੀ, ਹਿੰਦੁਸਤਾਨ ਦੀ ਸਰਕਾਰਾਂ ਦੀਆਂ ਗੱਲਾਂ ਨੂੰ ਨਕਾਰਿਆ ਜਾਂਦਾ ਹੈ ਤੇ ਨੰਗੇ ਢਿੱਡ ਬੋਲ ਕੇ ਕਹੀਦਾ ਵੀ ਖਾਲਸਾ ਰਾਜ ਤਾਂ ਚਾਹੀਦਾ ਤੇ ਡੈਮੋਕ੍ਰੇਸੀ ਕਦੀ ਵੀ ਸਾਡਾ ਹੱਲ ਨਹੀਂ ਹੋ ਸਕਦਾ। ਤੇ ਸਾਡੇ, ਮੈਂ ਤਾਂ ਜਦੋਂ ਵੀ ਇੰਟਰਵਿਊ ਕਰਦਾ ਮੈਂ ਸੋਚਦਾ ਹੁੰਦਾ ਵੀ ਕੱਲ੍ਹ ਨੂੰ ਪੁਲਿਸ ਆਈ ਸਾਡੇ ਘਰੇ, ਪਰ ਸਾਡੇ ਵਰਗਿਆਂ ਨਾਲ ਫਰਕ ਨਹੀਂ ਪੈਂਦਾ, ਕਿਉਂਕਿ ਸਾਡੇ ਵਰਗਿਆਂ ਦੀ ਰੀਚ ਨਹੀਂ ਕੋਈ ਹੈਗੀ, ਸਾਡੀ ਗੱਲ ਵੱਡੇ ਲੈਵਲ 'ਤੇ ਨਹੀਂ ਪਹੁੰਚ ਸਕਦੀ। ਏਜੰਸੀਆਂ ਨੂੰ ਉਹਨਾਂ ਤੋਂ ਖਤਰਾ ਹੈ, ਉਹ ਭਾਵੇਂ ਕੁਝ ਵੀ ਹੋਣ, ਜਿਨ੍ਹਾਂ ਦੀ ਗੱਲ ਬੜੇ ਵੱਡੇ ਲੈਵਲ 'ਤੇ ਪਹੁੰਚ ਜਾਂਦੀ ਹੈ ਤੇ ਵਰਲਡ ਲੈਵਲ 'ਤੇ ਪਹੁੰਚ ਜਾਂਦੀ ਹੈ, ਤੇ ਜਿਨ੍ਹਾਂ ਦੇ ਬਾਰੇ ਪਤਾ ਹੋਵੇ ਵੀ ਹੌਲੀ ਹੌਲੀ ਇਹ ਬਦਲ ਰਹੇ ਨੇ। ਤੇ ਜੇ ਉਹ ਲੋਕ ਬਦਲ ਕੇ ਇੱਧਰ ਵਾਲੇ ਪਾਸੇ ਆ ਗਏ ਨਾ, ਸੈਲੀਬ੍ਰਿਟੀ ਬੰਦਾ, ਤੁਸੀਂ ਦੇਖੋ ਜੇ ਗੁਰਮੁਖ ਬਣ ਗਿਆ, ਭਾਵੇਂ ਉਹ ਹਜੇ ਬਣੇ ਨਹੀਂ ਸੀ ਪੂਰੇ ਤੌਰ 'ਤੇ, ਤਾਂ ਕਰਕੇ ਮੈਂ ਕਹਿ ਰਿਹਾ ਕਿ ਉੱਥੋਂ ਪੂਰਨ ਪ੍ਰੇਰਨਾ ਨਹੀਂ ਲੈਣੀ ਵੀ ਹੁਣ ਸਭ ਕੁਛ ਹੀ ਮੈਂ ਉਹਦਾ ਕਾਪੀ ਕਰਾਂ ਨਾ। ਕਾਪੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਕਰਨਾ, ਕਿਉਂਕਿ ਉਹਦੇ ਚੰਗੇ ਗੱਲ ਦਾ ਨਿਚੋੜ ਕੱਢ ਲਓ, ਮਾੜੀਆਂ ਛੱਡਣੀਆਂ ਵੀ ਪੈਣੀਆਂ ਉਹਦੀਆਂ। ਪਰ ਅਸੀਂ ਸਾਡਾ ਸੁਭਾਅ ਬਣ ਗਿਆ ਨਾ ਜੀ, ਫਿਰ ਅਸੀਂ ਉਹਨੂੰ ਸੰਪੂਰਨ ਕਰਕੇ ਹੀ ਜਾਣਨ ਲੱਗ ਪੈਂਦੇ ਹਾਂ। ਤਾਂ ਕਹਿਣ ਤੋਂ ਭਾਵ ਕੀ ਹੈ ਵੀ ਪਦਾਰਥ ਦਾ ਵੀ ਇੱਕ ਬੜਾ ਵੱਡਾ ਪ੍ਰਤਾਪ ਹੈ। ਇਸੇ ਕਰਕੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਹੇ ਸਿੱਖ, ਤੂੰ ਨਾਮ ਦੇ ਪ੍ਰਤਾਪ ਵਿੱਚ ਵੀ ਜੁੜ, ਉਸ ਪ੍ਰਤਾਪ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਪਰ ਯਾਦ ਰੱਖੀ ਤੂੰ ਰਾਜ ਕਰੇਗਾ ਖਾਲਸੇ ਦਾ ਸਿਧਾਂਤ ਵੀ ਹਿਰਦੇ ਵਿੱਚ ਰੱਖੀ। ਜਿਸ ਸਿਧਾਂਤ ਨੂੰ ਬੰਦਾ ਸਿੰਘ ਬਹਾਦਰ ਨੇ ਵੀ ਆਪਣੇ ਜੀਵਨ ਤੇ ਕਮਾਇਆ, ਜਿਸ ਸਿਧਾਂਤ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਮਾਇਆ, ਔਰ ਜਿਸ ਸਿਧਾਂਤ ਤੇ ਪਹਿਰਾ ਸੰਤ ਬਾਬਾ ਜਰਨੈਲ ਸਿੰਘ ਵਰਗੇ ਯੋਧਿਆਂ ਨੇ ਵੀ ਦਿੱਤਾ। ਨਹੀਂ, ਕਿਉਂਕਿ ਇੱਕ ਨਾਲ ਮੈਂ ਇਹ ਵੀ ਗੱਲ ਕਹਿ ਦਿਆਂ, ਕਈ ਵਾਰੀ ਫਿਰ ਅਸੀਂ ਨਾ ਪੱਗਾਂ ਦੇ ਸਿਧਾਂਤ ਵੀ ਨਾ ਫਿਰ ਹੋਰਾਂ ਤੋਂ ਲੈਣ ਲੱਗ ਪੈਂਦੇ ਆ। ਫਿਰ ਜਿਹੜੇ ਕੰਪੇਅਰ ਕਰਦੇ, ਮੈਂ ਸੋਚਦਾ ਹੁੰਦਾ ਵੀ ਪੱਗਾਂ ਦੇ ਦਸਤਾਰਾਂ ਦੇ ਸਿਧਾਂਤ ਦਾ ਪ੍ਰਚਾਰ ਇਹ ਤਾਂ ਫਿਰ ਸਾਹਿਬਜ਼ਾਦਿਆਂ ਤੋਂ ਹੀ ਹੋਏਗਾ, ਇਹ ਤਾਂ ਫਿਰ ਜਰਨੈਲ ਸਿੰਘ ਵਰਗੇ ਯੋਧਿਆਂ ਤੋਂ ਹੀ ਹੋਏਗਾ। ਪਰ ਜਿਨ੍ਹਾਂ ਨੇ ਪੱਗਾਂ ਬੰਨ੍ਹ ਕੇ ਨੱਚਣਾ, ਕੇਵਲ ਪੱਗ ਬੰਨ੍ਹ ਲੈਣਾ ਸਭ ਕੁਛ ਨਹੀਂ, ਪੱਗ ਬੰਨ੍ਹ ਕੇ ਸਾਡਾ ਕਿਰਦਾਰ ਕਿਹੋ ਜਿਹਾ ਜਾਂਦਾ ਪਿਆ ਦੂਜਿਆਂ ਅੱਗੇ, ਇਹ ਵੱਧ ਇੰਪੋਰਟੈਂਸ ਰੱਖਦਾ। ਪੱਗ ਤਾਂ ਹੋਰ ਵੀ ਬੜੇ ਬੰਨ੍ਹਦੇ ਸੀ, ਪਰ ਪੱਗਾਂ ਬੰਨ੍ਹ ਕੇ ਦਸਤਾਰਾਂ ਸਜਾ ਕੇ ਸਾਡੀ ਛਵੀ ਕੀ ਜਾਂਦੀ ਪਈ ਹੈ, ਸਾਡਾ ਕਿਰਦਾਰ ਦੁਨੀਆ ਅੱਗੇ ਕੀ ਜਾਂਦਾ ਪਿਆ, ਇਹ ਵੱਧ ਇੰਪੋਰਟੈਂਸ ਰੱਖਦਾ ਹੈ। ਔਰ ਸਹੀ ਪ੍ਰਚਾਰ ਦਸਤਾਰਾਂ ਦਾ ਹੋ ਵੀ ਉੱਥੋਂ ਹੀ ਸਕਦਾ ਹੈ। ਤਾਂ ਹੀ ਮੈਂ ਗੱਲ ਦੁਹਰਾ ਦੇਵਾਂ, ਜਿਹੜਾ ਪ੍ਰਚਾਰ, ਜਿਹੜਾ ਸਿਧਾਂਤ ਦਸਤਾਰਾਂ ਦਾ ਸਾਹਿਬਜ਼ਾਦਿਆਂ ਤੋਂ ਹੋ ਜਾਣਾ ਹੈ, ਬੰਦਾ ਸਿੰਘ ਬਹਾਦਰ ਵਰਗੇ ਸੂਰਮਿਆਂ ਤੋਂ ਹੋ ਜਾਣਾ ਹੈ, ਉਹ ਕਿਸੇ ਗਾਇਕ ਤੋਂ ਨਹੀਂ ਹੋ ਸਕਦਾ। ਕਿਉਂਕਿ ਜੇ ਪੱਗ ਬੰਨਣ ਦੀ ਸਿੱਖਿਆ ਮਿਲਦੀ ਆ, ਫਿਰ ਪੱਗਾਂ ਬੰਨਣ ਵਾਲਿਆਂ ਨੂੰ ਨੱਚਣਾ ਟੱਪਣ ਦੀ ਪ੍ਰੇਰਨਾ ਵੀ ਮਿਲ ਹੀ ਜਾਂਦੀਆਂ ਫਿਰ। ਪਰ ਨਹੀਂ, ਅਸੀਂ ਸਿੱਖਿਆ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਆ। ਬੰਦੇ ਦੇ ਬੰਦੇ ਨਹੀਂ ਬਣਨਾ, ਗੁਰੂ ਗ੍ਰੰਥ ਸਾਹਿਬ ਦੇ ਬੰਦੇ ਬਣਨਾ ਅਸੀਂ।